ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ। ਫਿਰ ਉਹ ਜਿਹੜੀ ਅੱਜ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਹੈਗੀ ਹੈ ਸਿਟੀਜ਼ਨਸ਼ਿਪ ਦੇ ਉੱਤੇ, ਨਾਗਰਿਕਤਾ ਦੇ ਬਾਰੇ। ਜਿਹੜਾ ਸਿਟੀਜ਼ਨਸ਼ਿਪ ਦਾ ਕਨਸੈਪਟ ਆ ਇਹ ਕਨਸਟੀਟਿਊਸ਼ਨ ਦੇ ਵਿੱਚ ਪਾਰਟ 2 ਦੇ ਵਿੱਚ ਲਿਖਿਆ ਗਿਆ। ਪਾਰਟ 1 ਦੇ ਵਿੱਚ ਤਾਂ ਯੂਨੀਅਨ ਐਂਡ ਇਟਸ ਟੈਰੀਟਰੀਜ਼ ਦੇ ਨਾਲ ਸੰਬੰਧਿਤ ਸੀਗਾ, ਤੇ ਪਾਰਟ 2 ਸਿਟੀਜ਼ਨਸ਼ਿਪ ਜੋ ਕਿ ਡੀਲ ਕਰਦਾ ਇਹ ਪਾਰਟ 2 ਦੇ ਵਿੱਚ ਆ ਜਾਂਦਾ। ਆਰਟੀਕਲ ਨੇ ਜਿਹੜੇ ਆਰਟੀਕਲ 5 to 11 ਡੀਲ ਕਰਦੇ ਨੇ ਸਿਟੀਜ਼ਨਸ਼ਿਪ ਦੇ ਨਾਲ ਸੰਬੰਧਿਤ। ਸੋ ਆਰਟੀਕਲ 5 to 11 ਦੇ ਡੀਲ ਵਿਦ ਸਿਟੀਜ਼ਨਸ਼ਿਪ, ਕੌਣ ਨਾਗਰਿਕ ਹੋਊਗਾ ਇੰਡੀਆ ਦਾ, ਕੌਣ ਨਹੀਂ ਹੋਊਗਾ, ਕੀ ਕੰਡੀਸ਼ਨਾਂ ਨੇ ਨਾਗਰਿਕਤਾ ਦੀਆਂ, ਇਹ ਸਾਰਾ ਇਹਨਾਂ ਆਰਟੀਕਲ ਦੇ ਵਿੱਚ ਲਿਖਿਆ ਗਿਆ। ਜਿਵੇਂ ਕਿ ਆਰਟੀਕਲ ਜਿਹੜਾ 5 ਆ, ਆਰਟੀਕਲ 5 ਆ, ਇਹ ਕਾਹਦੇ ਨਾਲ ਡੀਲ ਕਰਦਾ? ਸਿਟੀਜ਼ਨਸ਼ਿਪ ਐਟ ਕਮੈਂਸਮੈਂਟ ਆਫ ਕਨਸਟੀਟਿਊਸ਼ਨ। ਜਦੋਂ ਕਨਸਟੀਟਿਊਸ਼ਨ ਬਣਿਆ ਤਾਂ ਉਦੋਂ ਕਿਹੜਾ ਕਿਹੜਾ ਬੰਦਾ ਸਿਟੀਜ਼ਨ ਹੋਊਗਾ ਇੰਡੀਆ ਦਾ, ਉਹਦੇ ਬਾਰੇ ਲਿਖਿਆ ਗਿਆ ਇਹਦੇ ਵਿੱਚ। ਵੀ ਉਹਦੇ ਪੁਰਖੇ ਰਹਿੰਦੇ, ਉਹਦੇ ਮਾਂ ਪਿਓ ਰਹਿੰਦੇ ਆ, ਜਾਂ ਉਹ ਆਪ ਕਿੰਨੇ ਚਿਰ ਤੋਂ ਰਿਜ਼ਾਈਡ ਕਰਦਾ, ਉਹਦੇ ਨਾਲ ਸੰਬੰਧਿਤ ਜਿਹੜੇ ਆਰਟੀਕਲ 5 ਆ ਡੀਲ ਕਰਦਾ। ਆਰਟੀਕਲ 6 ਦੀ ਗੱਲ ਕਰੀਏ, ਇਹ ਆਰਟੀਕਲ 6 ਡੀਲ ਕਰਦਾ ਵਿਦ ਦ ਰਾਈਟਸ ਆਫ ਸਿਟੀਜ਼ਨਸ਼ਿਪ ਆਫ ਪਰਸਨਸ ਹੂ ਮਾਈਗ੍ਰੇਟਡ ਟੂ ਇੰਡੀਆ ਫਰੋਮ ਪਾਕਿਸਤਾਨ। ਇਹ ਉਹਨਾਂ ਦਾ ਪਰਸਨਸ ਦੇ ਸਿਟੀਜ਼ਨਸ਼ਿਪ ਦੀ ਦੇ ਨਾਲ ਡੀਲ ਕਰਦਾ ਜਿਹੜੇ ਕਿ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਮਾਈਗ੍ਰੇਟ ਹੋਏ ਵੰਡ ਵੇਲੇ। ਆਰਟੀਕਲ 7 ਡੀਲ ਕਰਦਾ ਜਿਹੜੇ ਕਿ ਕੁਝ ਲੋਕ ਪਾਕਿਸਤਾਨ ਚਲੇ ਗਏ ਸੀਗੇ ਉਹਨਾਂ ਦੇ ਨਾਲ, ਤੇ ਉਹ ਕਈ ਲੋਕ ਵਾਪਸ ਇੰਡੀਆ ਦੇ ਵਿੱਚ ਫੇਰ ਆਏ, ਤਾਂ ਉਹਨਾਂ ਨੂੰ ਕਿਸ ਆਧਾਰ 'ਤੇ ਨਾਗਰਿਕਤਾ ਦਿੱਤੀ ਜਾ ਸਕਦੀ ਆ, ਸਿਟੀਜ਼ਨਸ਼ਿਪ ਕਿਸ ਆਧਾਰ 'ਤੇ ਦਿੱਤੀ ਜਾ ਸਕਦੀ ਆ, ਇਹ ਡੀਲ ਕਰਦਾ ਆਰਟੀਕਲ 7। ਆਰਟੀਕਲ 8 ਡੀਲ ਕਰਦਾ ਵਿਦ ਸਰਟੇਨ ਪਰਸਨਸ ਆਫ ਇੰਡੀਅਨ ਓਰੀਜਨ ਰਾਈਜ਼ਿੰਗ ਆਊਟਸਾਈਡ ਆਫ ਇੰਡੀਆ। ਕੁਝ ਲੋਕ ਜਿਹੜੇ ਕਿ ਆਊਟਸਾਈਡ ਇੰਡੀਆ ਤੋਂ ਬਾਹਰ ਰਹਿ ਰਹੇ ਨੇ, ਜਿਵੇਂ ਕੋਈ ਕੈਨੇਡਾ, ਕੋਈ ਆਸਟ੍ਰੇਲੀਆ ਰਹਿ ਰਿਹਾ, ਪਰ ਹਨ ਇੰਡੀਅਨ ਓਰੀਜਨ ਦੇ, ਤਾਂ ਉਹਨਾਂ ਲੋਕਾਂ ਦੀ ਸਿਟੀਜ਼ਨਸ਼ਿਪ ਦੇ ਨਾਲ ਆਰਟੀਕਲ ਹੈ ਜਿਹੜਾ 8 ਡੀਲ ਕਰਦਾ। ਆਰਟੀਕਲ 9 ਡੀਲ ਕਰਦਾ ਵੀ ਜਿਹੜੇ ਵੀ ਬੰਦੇ ਨੇ ਫੋਰਨ ਸਿਟੀਜ਼ਨਸ਼ਿਪ ਲੈ ਲਈ ਤਾਂ ਉਹ ਇੰਡੀਅਨ ਸਿਟੀਜ਼ਨਸ਼ਿਪ ਨਹੀਂ ਰੱਖ ਸਕਦਾ। ਜਿਹੜੇ ਵੀ ਨਾਗਰਿਕ ਨੇ ਫੋਰਨ ਸਿਟੀਜ਼ਨਸ਼ਿਪ ਲੈ ਲਈ, ਨੋਟ ਟੂ ਹੋਲਡ ਇੰਡੀਅਨ ਸਿਟੀਜ਼ਨਸ਼ਿਪ, ਉਹਦੇ ਕੋਲ ਇੰਡੀਅਨ ਸਿਟੀਜ਼ਨਸ਼ਿਪ ਨਹੀਂ ਹੋ ਸਕਦੀ। ਆਰਟੀਕਲ 10 ਡੀਲ ਕਰਦਾ ਵਿਦ ਕੰਟੀਨਿਊਸ ਆਫ ਸਿਟੀਜ਼ਨਸ਼ਿਪ, ਵੀ ਕਿਹੜੇ ਜਿਹੜੇ ਸਿਟੀਜ਼ਨਸ਼ਿਪ ਆ ਉਹ ਕੰਟੀਨਿਊ ਕਿੰਨਾ ਚਿਰ ਰੱਖੀ ਜਾ ਸਕਦੀ ਆ, ਤੇ ਕਿਵੇਂ ਰੱਖੀ ਜਾ ਸਕਦੀ ਆ, ਤੇ ਕੀ ਕੀ ਅਧਿਕਾਰ ਨੇ। ਤੇ ਆਰਟੀਕਲ 11 ਦੀ ਗੱਲ ਕਰੀਏ, ਇਹ ਡੀਲ ਕਰਦਾ ਪਾਰਲੀਮੈਂਟ ਦੇ ਨਾਲ, ਵੀ ਪਾਰਲੀਮੈਂਟ ਸੁਪਰੀਮ ਅਥਾਰਟੀ ਹੈ ਇੰਡੀਆ ਦੇ ਵਿੱਚ, ਜਿਹੜੇ ਕਿ ਨਾਗਰਿਕਤਾ ਦੇ ਨਾਲ ਸੰਬੰਧਿਤ ਕੋਈ ਵੀ ਕਾਨੂੰਨ ਬਣਾ ਸਕਦੀ ਆ। ਐਨੀ ਦਾ ਰੂਲ, ਜੇ ਕੋਈ ਵੀ ਕਿਸੇ ਕੋਈ ਵੀ ਚੇਂਜ ਕਰਨਾ ਰੂਲ ਦੇ ਵਿੱਚ, ਅਮੈਂਡਮੈਂਟ ਕਰਨੀ ਆ ਸਿਟੀਜ਼ਨਸ਼ਿਪ ਦੇ ਰੂਲਾਂ 'ਚ, ਤਾਂ ਉਹ ਪਾਰਲੀਮੈਂਟ ਕਰ ਸਕਦੀ ਆ। ਅੱਗੇ ਆ ਗਈ ਐਕੁਜੀਸ਼ਨ ਆਫ ਸਿਟੀਜ਼ਨਸ਼ਿਪ। ਕੌਣ ਕੌਣ ਸਿਟੀਜ਼ਨਸ਼ਿਪ ਲੈ ਸਕਦਾ ਇੰਡੀਆ ਦੀ, ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਨਾਲ ਸਿਟੀਜ਼ਨਸ਼ਿਪ ਮਿਲ ਸਕਦੀ ਆ। ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਜੀ ਬਾਏ ਬਰਥ। ਜੇਕਰ ਕੋਈ ਵੀ ਇਨਸਾਨ ਇੰਡੀਆ ਦਾ ਵਿੱਚ ਬੋਰਨ ਹੋਇਆ 1947 ਵੇਲੇ, ਜਾਂ ਉਸ ਤੋਂ ਬਾਅਦ ਜਿਹਦੇ ਮਾਂ ਪਿਓ ਇੱਥੇ ਰਹਿ ਰਹੇ ਆ, ਜਾਂ ਇੰਡੀਅਨ ਸਿਟੀਜ਼ਨ ਨੇ, ਤਾਂ ਉਹ ਬਾਏ ਬਰਥ ਕੀ ਆ, ਇੰਡੀਆ ਦਾ ਨਾਗਰਿਕ ਹੋਊਗਾ। ਦੂਜਾ ਆ ਜਾਂਦਾ ਜੀ ਬਾਏ ਡੀਸੈਂਟ। ਇਹ ਬਾਏ ਡੀਸੈਂਟ ਦਾ ਵੀ ਉਹੀ ਆ ਜਾਂਦਾ ਵੀ ਜੇ ਕਈਆਂ ਦੇ ਮਾਂ ਪਿਓ ਮੰਨ ਲਓ ਪੀੜ੍ਹੀ ਦਰ ਪੀੜ੍ਹੀ ਦਾ ਮਤਲਬ ਰਹਿ ਰਹੇ ਹੁੰਦੇ ਆ, ਜਾਂ ਕਈ ਵਾਰ ਬਾਹਰ
ਬੌਰਨ ਹੁੰਦੇ ਨੇ ਪਰਸਨ, ਕੋਈ ਵੀ ਇਨਸਾਨ ਮੰਨ ਲਓ ਬਾਹਰ ਬੌਰਨ ਹੋਇਆ, ਮੈਂ ਖਾਸ ਕਰ ਇੰਡੀਆ ਦੇ ਵਿੱਚ ਜਿਹੜਾ ਸੰਵਿਧਾਨ ਉਹਦੇ ਵਿੱਚ ਲਿਖਿਆ ਗਿਆ ਵੀ 26 ਜਨਵਰੀ 1950, ਪਰ 10 ਦਸੰਬਰ 1992 ਤੋਂ ਪਹਿਲਾਂ ਜਿਹੜਾ ਵੀ ਬੰਦਾ ਬਾਹਰ ਬੌਰਨ ਹੋਇਆ ਪਰ ਉਹਦਾ ਪਿਓ ਆ ਜਿਹੜਾ ਉਹਦੇ ਜਨਮ ਵੇਲੇ ਇੰਡੀਆ ਦਾ ਸਿਟੀਜ਼ਨ ਆ, ਤਾਂ ਉਹ ਬਾਈ ਡਿਸੈਂਟ ਕੀ ਆ, ਇੰਡੀਆ ਦਾ ਸਿਟੀਜ਼ਨ ਹੋਊਗਾ। ਭਾਵ ਕੋਈ ਵੀ ਇਨਸਾਨ 26 ਜਨਵਰੀ 1950 ਤੋਂ ਬਾਅਦ ਤੇ 10 ਦਸੰਬਰ 1992 ਤੋਂ ਪਹਿਲਾਂ ਕੋਈ ਵੀ ਪਰਸਨ ਆਊਟਸਾਈਡ ਇੰਡੀਆ ਬੌਰਨ ਹੋਇਆ, ਆਊਟਸਾਈਡ ਇੰਡੀਆ ਬੌਰਨ, ਪਰ ਉਹਦਾ ਕੰਡੀਸ਼ਨ ਇਹ ਹੈ ਵੀ ਉਹਦਾ ਪਿਓ ਆ ਜਿਹੜਾ ਫਾਦਰ ਇੰਡੀਅਨ ਹੋਣਾ ਚਾਹੀਦਾ, ਇੰਡੀਆ ਦਾ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ ਉਹਦੇ ਜਨਮ ਵੇਲੇ, ਤਾਂ ਉਹ ਬਾਈ ਡਿਸੈਂਟ ਇੰਡੀਆ ਦਾ ਨਾਗਰਿਕ ਹੋਊਗਾ। ਤੀਜਾ ਆ ਜਾਂਦਾ ਜੀ ਆਪਣੇ ਕੋਲ ਬਾਈ ਰਜਿਸਟ੍ਰੇਸ਼ਨ, ਵੀ ਕੋਈ ਵੀ ਇਨਸਾਨ ਹੈ ਇੱਥੇ ਰਹਿ ਰਿਹਾ ਜਾਂ ਕਾਫੀ ਚਿਰ ਤੋਂ ਰਹਿ ਰਿਹਾ, 7 ਈਅਰਸ ਤੋਂ ਮੰਨ ਲਓ ਵੀ ਇੱਥੇ ਆਪਣੇ ਚੱਲ ਰਿਹਾ ਰਹਿ ਰਿਹਾ, ਜਾਂ ਇੰਡੀਆ ਦੇ ਸਿਟੀਜ਼ਨ ਨਾਲ ਮੈਰਿਜ ਹੋਈ ਆ, ਤਾਂ ਉਹ ਐਪਲੀਕੇਸ਼ਨ ਦੇ ਕੇ ਆਪਦੇ ਬਾਈ ਰਜਿਸਟ੍ਰੇਸ਼ਨ ਇੰਡੀਅਨ ਸਿਟੀਜ਼ਨ ਬਣ ਸਕਦਾ। ਉਹਦੇ ਬਾਅਦ ਆ ਜਾਂਦਾ ਜੀ ਬਾਈ ਨੈਚੁਰਲਾਈਜੇਸ਼ਨ। ਬਾਈ ਨੈਚੁਰਲਾਈਜੇਸ਼ਨ ਮਤਲਬ ਸੈਂਟਰ ਦੀ ਗੌਰਮੈਂਟ ਕਿਸੇ ਵੀ ਪਰਸਨ ਨੂੰ ਜਿਹੜਾ ਕਿ ਕੋਈ ਆਪਦੀ ਐਪਲੀਕੇਸ਼ਨ ਦਿੰਦਾ ਵੀ ਉਹ ਕਿਸੇ ਵੀ ਹੋਰ ਦੇਸ਼ ਦਾ ਨਾਗਰਿਕ ਨਹੀਂ ਹੈਗਾ, ਠੀਕ ਆ, ਤੇ ਉਹਨੂੰ ਕੋਈ ਵੀ ਸਬਜੈਕਟ, ਕੋਈ ਵੀ ਕਾਨੂੰਨ ਇੱਥੋਂ ਦੀ ਨਾਗਰਿਕਤਾ ਲੈਣ ਲਈ ਮਨਾਹੀ ਨਹੀਂ ਕਰ ਰਿਹਾ, ਤਾਂ ਉਹ ਸੈਂਟਰਲ ਗੌਰਮੈਂਟ ਅਜਿਹੇ ਪਰਸਨਾਂ ਨੂੰ ਬਾਈ ਨੈਚੁਰਲਾਈਜੇਸ਼ਨ ਸਿਟੀਜ਼ਨਸ਼ਿਪ ਦੇ ਸਕਦੀ ਆ। ਉਹਦੇ ਬਾਅਦ ਬਾਈ ਇਨਕੋਰਪੋਰੇਸ਼ਨ ਆਫ ਟੈਰੀਟਰੀ, ਮੰਨ ਲਓ ਇੰਡੀਆ ਦੇ ਵਿੱਚ ਕੋਈ ਵੀ ਨਵਾਂ ਸੂਬਾ ਐਡ ਹੋਇਆ, ਕੋਈ ਵੀ ਟੈਰੀਟਰੀ ਇੰਡੀਆ ਦੇ ਵਿੱਚ ਐਡ ਹੋ ਰਹੀ ਆ, ਇਹ ਇੰਡੀਆ ਦੀ ਯੂਨੀਅਨ ਦਾ ਇੱਕ ਹਿੱਸਾ ਬਣ ਰਹੀ ਆ, ਤਾਂ ਉਹਨਾਂ ਸਾਰੇ ਜਿਹੜੇ ਉੱਥੋਂ ਦੇ ਸਾਰੇ ਨਾਗਰਿਕ ਨੇ, ਉੱਥੇ ਰਹਿਣ ਵਾਲੇ ਲੋਕ ਨੇ, ਉਹਨਾਂ ਨੂੰ ਸਾਰਿਆਂ ਨੂੰ ਕੀ ਆ, ਇੰਡੀਅਨ ਦੀ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਆ। ਐਗਜ਼ਾਮਪਲ ਜਿਵੇਂ ਕਿ ਮੰਨ ਲਓ ਪੌਂਡੀਚੇਰੀ ਸੀਗਾ 1962 ਦੇ ਵਿੱਚ, ਪੌਂਡੀਚੇਰੀ ਨੂੰ ਦੇ ਜਿਹੜੇ ਉੱਥੋਂ ਦੇ ਸਾਰੇ ਨਾਗਰਿਕ ਸੀ ਜਦੋਂ ਆਪਣੇ ਇੰਕਲੂਡ ਕੀਤਾ ਗਿਆ ਇੰਡੀਆ ਦੇ ਵਿੱਚ, ਤਾਂ ਉੱਥੋਂ ਦੇ ਸਾਰੇ ਲੋਕਾਂ ਨੂੰ ਕੀ ਆ, ਸਿਟੀਜ਼ਨਸ਼ਿਪ ਦਿੱਤੀ ਗਈ ਸੀ। ਉਦੋਂ ਬਾਅਦ ਅਸਾਮ ਅਕੋਰਡ ਦੇ ਅਧੀਨ ਜਿਹੜੇ ਵੀ ਸਪੈਸ਼ਲ ਪਰਸਨਸ ਨੇ, ਸਪੈਸ਼ਲ ਪ੍ਰੋਵੀਜ਼ਨਾਂ ਬਣੀਆਂ ਨੇ, ਤਾਂ ਉਹਨਾਂ ਦੇ ਅਧੀਨ ਵੀ ਕੀ ਹੈ, ਇੰਡੀਆ ਦੀ ਸਿਟੀਜ਼ਨਸ਼ਿਪ ਲੈਤੀ ਜਾ ਸਕਦੀ ਆ। ਅੱਗੇ ਆ ਗਿਆ ਲਾਸ ਆਫ ਸਿਟੀਜ਼ਨਸ਼ਿਪ। ਲਾਸ ਮੇਨਲੀ ਜੇ ਸਿਟੀਜ਼ਨਸ਼ਿਪ 3 ਤਰੀਕਿਆਂ ਨਾਲ ਕੀਤੀ ਜਾ ਸਕਦੀ ਆ। ਪਹਿਲਾ ਆ ਗਿਆ ਬਾਈ ਰੈਨੂਸ਼ੀਏਸ਼ਨ। ਰੈਨੂਸ਼ੀਏਸ਼ਨ ਦਾ ਮਤਲਬ ਕੋਈ ਵੀ ਬੰਦਾ ਲਿਖਤੀ ਰੂਪ 'ਚ ਦਿੰਦਾ ਵੀ ਮੈਂ ਇੰਡੀਆ ਦੀ ਸਿਟੀਜ਼ਨਸ਼ਿਪ ਛੱਡਣੀ ਚਾਹਾਂ, ਤਾਂ ਉਹ ਇੰਡੀਆ ਦੀ ਸਿਟੀਜ਼ਨਸ਼ਿਪ ਤੋਂ ਹੋਈ ਜਾ ਸਕਦੀ ਆ। ਬਾਈ ਟਰਮੀਨੇਸ਼ਨ, ਬਾਈ ਟਰਮੀਨੇਸ਼ਨ ਮਤਲਬ ਜਦੋਂ ਕੋਈ ਵੀ ਇਨਸਾਨ ਜਾਣ ਬੁੱਝ ਕੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲੈਂਦਾ, ਤਾਂ ਆਟੋਮੈਟਿਕਲੀ ਇਹਦੀ ਜਿਹੜੀ ਇੰਡੀਅਨ ਸਿਟੀਜ਼ਨਸ਼ਿਪ ਉਹ ਟਰਮੀਨੇਟ ਕੀਤੀ ਜਾਊਗੀ। ਉਦੋਂ ਆ ਜਾਂਦਾ ਬਾਈ ਡੈਪਰੀਵੇਸ਼ਨ। ਇਹ ਇੱਕ ਕੰਪਲਸਰੀ ਟਾਈਪ ਆਫ ਟਰਮੀਨੇਸ਼ਨ ਆ, ਸੈਂਟਰਲ ਗੌਰਮੈਂਟ ਦੁਆਰਾ ਕੀਤੀ ਜਾਂਦੀ। ਉਹ ਇਹਦੇ ਵਿੱਚ ਉਹ ਪਰਸਨ ਸਾਰੇ ਇੰਕਲੂਡ ਕੀ, ਇਹ ਤਾਂ ਟਰਮੀਨੇਸ਼ਨ ਸੀਗੀ ਵੀ ਜਦੋਂ ਕੋਈ ਬੰਦਾ ਬਾਹਰਲੇ ਦੇਸ਼ ਦੀ ਸਿਟੀਜ਼ਨਸ਼ਿਪ ਲੈ ਲੈਂਦਾ, ਸਿਟੀਜ਼ਨਸ਼ਿਪ ਆਫ ਫੋਰਨ ਕੰਟਰੀ, ਠੀਕ ਆ। ਇਹ ਇੱਕ ਜਿਹੜਾ ਪ੍ਰੋਵੀਜ਼ਨ ਹੈ, ਇੱਕ ਕੰਪਲਸਰੀ ਟਰਮੀਨੇਸ਼ਨ ਕਹਿ ਸਕਦੇ ਆਪਾਂ। ਕੰਪਲਸਰੀ ਟਰਮੀਨੇਸ਼ਨ ਭਾਵ ਮੰਨ ਲਓ ਕਿਸੇ ਨੇ ਗਲਤ ਤਰੀਕੇ ਨਾਲ ਸਿਟੀਜ਼ਨਸ਼ਿਪ ਲੈਤੀ ਹੈ, ਬਾਅਦ ਦੇ ਵਿੱਚ ਪਤਾ ਲੱਗ ਗਿਆ ਵੀ ਇਸ ਇਨਸਾਨ ਨੇ ਫਰੋਡ ਕੀਤਾ ਗਾ, ਬਾਈ ਫਰੋਡ ਸਿਟੀਜ਼ਨ ਬਣਿਆ, ਤਾਂ ਉਹਦੀ ਬਾਈ ਡਿਪਰੀਵੇਸ਼ਨ ਉਸ ਨੂੰ ਸਿਟੀਜ਼ਨਸ਼ਿਪ ਤੋਂ ਡਿਪਰਾਈਵ ਕੀਤਾ ਜਾ ਸਕਦਾ, ਠੀਕ ਹੈ। ਜਾਂ ਕੋਈ ਵੀ ਪਰਸਨ ਕੌਂਸਟੀਟਿਊਸ਼ਨ ਪ੍ਰਤੀ ਡਿਸਲੋਇਲਟੀ ਦਿਖਾਉਂਦਾ ਗਾ, ਤਾਂ ਉਹ ਉਹਨਾਂ ਨੂੰ ਵੀ ਡਿਪਰਾਈਵ ਕੀਤਾ ਜਾ ਸਕਦਾ। ਜਾਂ ਕੁਝ ਅਜਿਹੇ ਪਰਸਨ ਜਿਹੜੇ ਕਿ 7 ਸਾਲਾਂ ਤੋਂ ਲਗਾਤਾਰ ਬਾਹਰ ਰਹਿ ਰਹੇ ਨੇ, ਇੰਡੀਆ ਦੇ ਵਿੱਚ ਇੱਕ ਵਾਰੀ ਵੀ ਨਹੀਂ ਆਏ, ਤਾਂ ਉਹ ਲੋਕ ਵੀ ਕੀ ਨੇ, ਇੰਡੀਆ ਦੀ ਸਿਟੀਜ਼ਨਸ਼ਿਪ ਤੋਂ ਡਿਪਰਾਈਵ ਕੀਤੇ ਜਾਂਦੇ ਆ। ਸੋ ਇਹ ਸੀਗੇ ਕੁਝ ਤਰੀਕੇ
ਤਾਂ ਮੇਨਲੀ 3 ਵੇਜ਼ ਨੇ ਇੰਡੀਆ ਦੀ ਸਿਟੀਜ਼ਨਸ਼ਿਪ ਲੌਸ ਦੇ, ਬਾਏ ਰੈਨਿਊਸ਼ੀਏਸ਼ਨ, ਬਾਏ ਟਰਮੀਨੇਸ਼ਨ ਐਂਡ ਬਾਏ ਡੈਪਰੀਵੇਸ਼ਨ। ਉਦੋਂ ਆ ਜਾਂਦਾ ਇੰਡੀਆ ਦੀ ਸਿੰਗਲ ਸਿਟੀਜ਼ਨਸ਼ਿਪ। ਇੰਡੀਆ ਦੇ ਨਾਗਰਿਕਾਂ ਨੂੰ ਸਿਰਫ ਇੱਕੋ ਹੀ ਸਿਟੀਜ਼ਨਸ਼ਿਪ ਦਿੱਤੀ ਜਾ ਸਕਦੀ ਆ, ਉਹ ਹੈਗੀ ਹੈ ਸਿੰਗਲ ਸਿਟੀਜ਼ਨਸ਼ਿਪ। ਇਹਨਾਂ ਨੂੰ ਕੋਈ ਵੀ 2 ਪੰਥੀ ਜਾਂ 3 ਪੰਥੀ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾ ਸਕਦੀ। ਚਾਹੇ ਕੋਈ ਵੀ ਪਰਸਨ ਕਿਸੇ ਵੀ ਸਟੇਟ ਦੇ ਵਿੱਚ ਰਹਿ ਰਿਹਾ, ਉਹਨੂੰ ਸਿਰਫ ਇੱਕ ਉਹ ਇੰਡੀਆ ਦਾ ਹੀ ਸਿਟੀਜ਼ਨ ਵੱਜੂਗਾ, ਚਾਹੇ ਉਹ ਯੂਪੀ 'ਚ ਰਹਿ ਰਿਹਾ, ਚਾਹੇ ਉਹ ਬਿਹਾਰ 'ਚ ਰਹਿ ਰਿਹਾ, ਚਾਹੇ ਉਹ ਹਰਿਆਣੇ 'ਚ ਰਹਿ ਰਿਹਾ, ਉਹ ਸਿਟੀਜ਼ਨ ਇੰਡੀਆ ਦਾ ਹੀ ਵੱਜੂਗਾ। ਉਹਨੂੰ ਕੋਈ ਵੀ ਵੱਖਰੀ ਸਟੇਟ ਵੱਲੋਂ ਸਿਟੀਜ਼ਨਸ਼ਿਪ ਆ ਜਿਹੜੀ ਨਹੀਂ ਦਿੱਤੀ ਜਾਂਦੀ। ਤੋ ਇਹ ਸੀਗਾ ਆਪਣਾ ਸਿਟੀਜ਼ਨਸ਼ਿਪ ਦੇ ਬਾਰੇ ਅੱਜ ਦਾ ਲੈਕਚਰ। ਕੱਲ੍ਹ ਨੂੰ ਆਪਾਂ ਜਿਹੜਾ ਹੈਗਾ ਫੰਡਾਮੈਂਟਲ ਰਾਈਟਸ ਦੇ ਬਾਰੇ ਕਰਾਂਗੇ।